ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या तो पै स्वामी, मानस की गत एही। तुमरे गुण क्या कहा मेरे सतगुरा, जब गुर देखै तब बिस्म होए जाए। हम जैसे अपराधी अवर कोई रखै, जैसे हम सतगुर राख लिए छुड़ाए। सतनाम श्री वाहिगुरु जी। पैरो महला पंजवा, सब ते ऊच जाका दरबार, सदा सदा ताको जो हार। ऊंचे ते ऊंचा जाका थान, कोट अघान मिटहे हार नाम। सब ते ऊंच जाका दरबार, सदा सदा ताको जो हार। ऊंचे ते ऊंचा जाका थान, कोट अघा मिटहे हार नाम। वाहिगुरु जी का खालसा, वाहिगुरु जी की फतेह। परम सम्मानयोग जुगो जुग अटल तख्त चबर
ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰ ਕੇ ਜੀਵਨ ਸਫਲਾ ਕਰ ਰਹੇ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ, ਵਡਭਾਗੇ ਹਾਂ ਸਤਿਗੁਰੂ ਮਹਾਰਾਜ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਗੁਰਦੇਵ ਸਤਿਗੁਰੂ ਮਹਾਰਾਜ ਜੀ ਦੇ ਬਚਨ ਨੇ ਕਿ ਭਾਗਾਂ ਵਾਲੇ ਨੇ, ਚੰਗੇ ਕਰਮ ਨੇ ਉਹਨਾਂ ਨੇ ਕੀਤੇ ਜਿਹੜੇ ਗੁਰੂ ਕੀ ਸੰਗਤ ਦੇ ਵਿੱਚ ਆ ਕੇ ਬੈਠਦੇ ਹਨ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਵ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਬਿਨਾਂ ਭਾਗਾਂ ਤੋਂ ਸੰਗਤ ਨਸੀਬ ਨਹੀਂ ਹੁੰਦੀ ਤੇ ਬਿਨਾਂ ਸੰਗਤ ਤੋਂ ਜਿਹੜੀ ਮਨ ਦੀ ਮੈਲ ਹੈ, ਜਿਹੜੀ ਪਾਪਾਂ ਦੀ ਮੈਲ ਹੈ, ਜਿਹੜੇ ਪਿਛਲੇ ਕਰਮ ਕੀਤੇ ਹਨ ਉਹਨਾਂ ਦੀ ਮੈਲ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਬਿਨਾਂ ਸੰਗਤ ਤੋਂ ਇਹ ਧੁੱਪ ਨਹੀਂ ਸਕਦੀ। ਜਿਵੇਂ ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ, ਮੂਤ ਪਲੀਤੀ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ, ਨਾਵੇਂ ਕੇ ਰੰਗ। ਮਤ ਜਦੋਂ ਪਾਪਾਂ ਦੇ ਨਾਲ ਭਰੀ ਜਾਂਦੀ ਹੈ ਤੇ ਉਹ ਕੇਵਲ ਨਾਮ ਦੇ ਨਾਲ ਧੁੱਪ ਜਾਂਦੀ ਹੈ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਬਿਨ ਸੰਗਤ ਮੈਲ ਭਰੀਜੈ ਜੀਵ। ਬਿਨਾਂ ਸੰਗਤ ਤੋਂ ਤਾਂ ਮੈਲ ਲੱਗਦੀ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਅਕਾਲ ਪੁਰਖ ਮਹਾਰਾਜ ਤੁਹਾਡਾ ਦਰਬਾਰ ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਉੱਚਾ ਹੈ। ਸਦਾ ਸਦਾ ਤਾਂ ਕਉ ਜੋਹਾਰ। ਜੋਹਾਰ ਦੇ ਅਰਥ ਹੁੰਦੇ ਨੇ ਨਮਸਕਾਰ ਕਰਨੀ, ਤੇ ਸਦਾ ਸਦਾ ਦੇ ਅਰਥ ਨੇ ਕਿ ਹਰ ਵੇਲੇ ਜਿਹੜੇ ਤੇਰੇ ਭਗਤ ਜਨ ਹਨ ਜਿਨ੍ਹਾਂ ਦੀ ਸਮਝ ਆ ਜਾ, ਆਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਫਿਰ ਦੁਨੀਆ ਦੇ ਰਾਜ, ਦੁਨੀਆ ਦੇ ਸੁੱਖ ਫਿਰ ਤੁੱਛ ਲੱਗਣ ਲੱਗ ਪੈਂਦੇ ਨੇ, ਥੋੜ ਚਿਰੇ ਲੱਗਣ ਲੱਗ ਪੈਂਦੇ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਭਗਤ ਰਵਿਦਾਸ ਸਾਹਿਬ ਜੀ ਦੇ ਬਚਨ ਨੇ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਤੜਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਨਿਕਲਣੀਆਂ ਸ਼ੁਰੂ ਹੁੰਦੀਆਂ ਨੇ। ਪਰ ਭਗਤ ਸਾਹਿਬ ਜੀ ਕਹਿੰਦੇ ਨੇ ਕਿ ਉਹਦੇ ਵਿੱਚ ਖਾਮੀ ਆ। ਲੋਕ ਕੀ ਕਰਦੇ ਨੇ ਕਿ ਉਸ ਤਾੜੀ ਦੇ ਦਰਖਤ ਦੇ ਨਾਲ ਟੱਕ ਲਾ ਕੇ ਤੇ ਕੁਝ ਭਾਂਡੇ ਕੁਝ ਬਰਤਨ ਬੰਨ ਕੇ ਆਉਂਦੇ ਆ। ਜਦੋਂ ਰਸ ਨਾਲ ਭਰ ਜਾਂਦਾ ਹੈ ਬਰਤਨ, ਉਹ ਭਾਂਡਾ ਰਸ ਨਾਲ, ਜੈਸੇ ਕਾਗਰਾ ਕਰਤ ਵਿਚਾਰਨ ਭਗਤ ਭਗੌਤ ਲਿਖੀਏ ਤਹਿ ਉਪਰ ਹੈ। ਜੇਕਰ ਉਸੇ ਕਾਗਜ਼ ਤੇ ਦੁਨਿਆਵੀ ਲੇਖੇ ਜੋਖੇ ਲਿਖੇ ਗਏ ਫਿਰ ਬਹੁਤੀ ਕਦਰ ਨਹੀਂ ਹੋਣੀ। ਉਹਨਾਂ ਕੁ ਚਿਰ ਕਦਰ ਹੈ ਜਿੰਨਾ ਕੁ ਚਿਰ ਤੱਕ ਉਹ ਲੇਖਾ ਉਹ ਖਾਤਾ ਵਹੀ ਚੱਲਦੀ ਹੈ। ਉਸ ਤੋਂ ਬਾਅਦ ਕੌਣ ਵਿੱਚ ਪੁੱਛਦਾ ਹੈ? ਫਿਰ ਤਾਂ ਰੱਦੀ ਦੇ ਭਾਅ ਦੇ ਵਿੱਚ ਚਲੇ ਜਾਂਦਾ ਹੈ, ਫਿਰ ਤਾਂ ਗਲ ਸੜ ਜਾਂਦਾ ਹੈ, ਫਿਰ ਤਾਂ ਖਰਾਬ ਹੋ ਜਾਂਦਾ ਹੈ। ਕੋਈ ਧਰਮ ਗ੍ਰੰਥ ਲਿਖ ਦਿੱਤਾ ਜਾਵੇ, ਕਹਿੰਦੇ ਨੇ ਫਿਰ ਉਹੀ ਕਾਗਜ਼ ਜਿਹੜਾ ਹੈ ਨਾ, ਜਿਹਨੂੰ ਲੋਕ ਕਹਿੰਦੇ ਸੀ ਇਹ ਅਪਵਿੱਤਰ ਦਰਖਤ ਹੈ, ਫਿਰ ਉਹ ਕਹਿੰਦੇ ਨੇ ਉਹ ਪੂਜਿਆ ਜਾਣ ਲੱਗ ਪੈਂਦਾ ਹੈ। ਹਿੰਦੁਸਤਾਨ ਦੀ ਧਰਤੀ ਦੇ ਉੱਤੇ ਮਨੁੱਖਤਾ ਨੂੰ ਬ੍ਰਾਹਮਣ ਸ਼੍ਰੇਣੀ ਨੇ 4 ਹਿੱਸਿਆਂ ਦੇ ਵਿੱਚ ਵੰਡ ਦਿੱਤਾ, ਖੱਤਰੀ, ਬ੍ਰਾਹਮਣ, ਸ਼ੂਦ ਤੇ ਵੈਸ।
ਸ਼ੂਦਰ ਦੇ ਵਾਸਤੇ ਉਪਦੇਸ਼ ਕਰ ਦਿੱਤਾ ਸੀ ਕਿ ਸ਼ੂਦਰ ਨੂੰ ਦਿਨੇ ਚੱਲਣ ਦੀ ਇਜਾਜ਼ਤ ਨਹੀਂ ਆ। ਜਦੋਂ ਪਰਛਾਵਾਂ ਬਹੁਤਾ ਲੰਮਾ ਹੁੰਦਾ ਹੈ ਨਾ, ਉਦੋਂ ਨਹੀਂ ਚੱਲ ਸਕਦਾ। ਸ਼ਾਮ ਦੇ ਸਮੇਂ ਵੀ ਨਹੀਂ ਬਹੁਤਾ ਚੱਲ ਸਕਦਾ, ਜਦੋਂ ਪਰਛਾਵਾਂ ਹੁੰਦਾ ਦੂਰ ਤੱਕ ਜਾਂਦਾ ਹੋਵੇ। ਕਦੋਂ ਚੱਲ ਸਕਦਾ ਹੈ? ਜਦੋਂ ਸਿਖਰ ਦੁਪਹਿਰ ਹੋਵੇ। ਗਰਮੀ ਦੇ ਵਿੱਚ ਵੀ ਸਿਖਰ ਦੁਪਹਿਰੇ ਹੀ ਸ਼ੂਦਰ ਨੂੰ ਤੁਰਨ ਦੀ ਇਜਾਜ਼ਤ ਸੀ। ਫਿਰ ਜਦੋਂ ਤੁਰਨਾ ਹੈ ਉਦੋਂ ਕੀ ਕਰਨਾ ਹੈ ਕਿ ਆਪਣੇ ਪਿੱਛੇ ਕਿਸੇ ਦਰਖਤ ਦੀ ਟਾਹਣੀ ਨੂੰ ਬੰਨ੍ਹਣਾ ਹੈ। ਕਿਸੇ ਕੱਪੜੇ ਦੇ ਨਾਲ ਦਰਖਤ ਦੀ ਟਾਹਣੀ ਤੋੜ ਲੈਣੀ ਹੈ ਅਤੇ ਉਹਨੂੰ ਪਿੱਛੇ ਬੰਨ੍ਹ ਲੈਣਾ ਹੈ ਆਪਣੇ, ਅਤੇ ਤੁਰਦਿਆਂ ਹੋਇਆਂ ਉਹ ਜ਼ਮੀਨ ਦੇ ਨਾਲ ਖਹਿ ਕੇ ਤੁਰੇ, ਜ਼ਮੀਨ ਦੇ ਨਾਲ ਲੱਗ ਕੇ ਤੁਰਦੀ ਹੋਵੇ। ਕਿਉਂ? ਕਿ ਜਦੋਂ ਸ਼ੂਦਰ ਤੁਰਦਾ ਹੈ ਨਾ, ਸ਼ੂਦਰ ਤੁਰੇ ਜਦੋਂ, ਉਹਦੇ ਪੈਰਾਂ ਦੇ ਨਿਸ਼ਾਨ ਜ਼ਮੀਨ 'ਤੇ ਨਾ ਰਹਿ ਜਾਣ, ਮਗਰ ਮਗਰ ਸਾਫ਼ ਹੁੰਦੇ ਜਾਣ। ਕਿਉਂਕਿ ਬ੍ਰਾਹਮਣ ਨੇ ਉਸ ਰਸਤੇ ਤੋਂ ਜੇਕਰ ਲੰਘਣਾ ਹੋਵੇ ਅਤੇ ਉਹ ਰਸਤੇ ਨੂੰ ਸ਼ੂਦਰ ਨੇ ਭ੍ਰਿਸ਼ਟ ਕਰ ਦਿੱਤਾ ਹੈ। ਇਹੋ ਜਿਹੇ ਸਮੇਂ ਦੇ ਵਿੱਚ ਹਾਲਤ ਜਦੋਂ ਇਵੇਂ ਦੇ ਸੀ, ਜਿਹਨੂੰ ਲੋਕ ਕਹਿੰਦੇ ਸੀ ਇਹ ਚਮਿਆਰ ਹੈ, ਜਿਹਨੂੰ ਭਗਤ ਰਵਿਦਾਸ ਸਾਹਿਬ ਜੀ ਆਪ ਕਹਿੰਦੇ ਨੇ ਕਿ ਮੇਰੀ ਜਾਤ ਵਾਲੇ ਅਜੇ ਵੀ ਬਨਾਰਸ ਦੇ ਆਸ-ਪਾਸ ਮਾਰੇ ਹੋਏ ਢੋਰਾਂ ਦੇ, ਮਰੇ ਹੋਏ ਪਸ਼ੂਆਂ ਦੇ ਚੰਮ ਨੂੰ ਢੋਂਦੇ ਪਏ ਨੇ। ਪਰ ਹੇ ਅਕਾਲ ਪੁਰਖ ਤੂੰ ਕਿੰਨੀ ਕਿਰਪਾ ਕੀਤੀ, ਜਿਹੜਾ ਵਿਪਰ ਪ੍ਰਧਾਨ, ਪੰਡਤਾਂ ਦਾ ਮੁਖੀ ਹੈ, ਵਿਪਰ ਪ੍ਰਧਾਨ ਆ ਜਿਹੜਾ, ਉਹ ਜਦੋਂ ਮੇਰੇ ਕੋਲ ਆਇਆ, ਕਹਿੰਦੇ ਭਗਤ ਰਵਿਦਾਸ ਕਹਿੰਦੇ ਨੇ, ਉਹ ਮੈਨੂੰ ਐ ਡੰਡੌਤ ਲੰਮੇ ਪੈ ਕੇ ਮੇਰੇ ਅੱਗੇ ਨਮਸਕਾਰ ਕਰਦਾ ਪਿਆ। ਫਿਰ ਹੰਕਾਰ ਨਹੀਂ ਮਨ ਦੇ ਵਿੱਚ ਆਇਆ, ਕਹਿਣ ਲੱਗੇ ਨਹੀਂ ਸੱਚੇ ਪਾਤਸ਼ਾਹ, ਇਹ ਤਾਂ ਵਡਿਆਈ ਹੈ ਹੀ ਤੇਰੇ ਨਾਮ ਦੀ, ਇਹ ਮੈਨੂੰ ਨਮਸਕਾਰ ਨਹੀਂ, ਇਹ ਅਸਲ ਦੇ ਵਿੱਚ ਤੈਨੂੰ ਨਮਸਕਾਰ ਹੁੰਦੀ ਪਈ ਆ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਅਕਾਲ ਪੁਰਖ ਜੀ, ਤੁਹਾਡਾ ਘਰ ਉੱਚਾ ਹੈ, ਵੱਡਾ ਤੇਰਾ ਦਰਬਾਰ ਸੱਚਾ, ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ। ਕੀਰਤਨ ਦੀ ਕਿਤੇ ਵੀ ਸਮਾਪਤੀ ਹੁੰਦੀ ਹੈ ਅਤੇ ਮਰਿਆਦਾ ਅਨੁਸਾਰ ਇਹ ਪੌੜੀ ਪੜ੍ਹੀ ਜਾਂਦੀ ਹੈ ਕਿ ਹੇ ਵਾਹਿਗੁਰੂ, ਤੇਰਾ ਦਰਬਾਰ ਵੱਡਾ ਹੈ। ਹੁਣ ਦਰਬਾਰ ਵੱਡੇ ਤੋਂ ਭਾਵ ਇਹ ਨਹੀਂ ਕਿ ਇਕੱਲਾ ਗੁਰਦੁਆਰਾ ਵੱਡਾ ਬਣਾਵਾਂਗੇ ਤਾਂ ਗੁਰੂ ਦਾ ਦਰਬਾਰ ਵੱਡਾ ਹੁੰਦਾ ਹੈ। ਜਿੱਥੇ ਗੁਰਦੁਆਰਾ ਛੋਟਾ ਵੀ ਹੋਵੇ ਦਰਬਾਰ, ਉੱਥੇ ਵੀ ਗੁਰੂ ਦਾ ਵੱਡਾ ਹੀ ਹੈ, ਕਿਉਂਕਿ ਉਹਦੇ ਵਰਗਾ ਹੋਰ ਕੋਈ ਨਹੀਂ। ਜਿਹਨੇ ਨੀਚਾਂ ਨੂੰ, ਨੀਵਿਆਂ ਨੂੰ, ਰੁਲਦਿਆਂ ਹੋਇਆਂ ਨੂੰ ਆਪਣੀਆਂ ਬਾਹਾਂ ਦੇ ਵਿੱਚ ਲਿਆ ਹੋਵੇ, ਆਪਣੀ ਗਲਵੱਕੜੀ ਦੇ ਵਿੱਚ ਲਿਆ ਹੋਵੇ। ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਕਿ ਨੀਚ ਬਿਰਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ। ਕਹਿੰਦੇ ਨੇ ਲੋਕੀ ਕਹਿੰਦੇ ਸੀ ਇਹ ਨੀਵਾਂ ਹੈ, ਪਰ ਕਹਿੰਦੇ ਨੇ ਕਿ ਜਦੋਂ ਮੈਂ ਚੰਦਨ ਦਾ ਸੰਗਤ ਕਰ ਲਈ, ਫਿਰ ਮੈਨੂੰ ਇਹ ਨਹੀਂ ਕੋਈ ਕਹਿੰਦੇ ਕਿ ਇਹ ਹਰੰਡ ਰਹਿ ਗਿਆ, ਇਹ ਹੋਰ ਕੋਈ ਹੋਰ ਕਿਸੇ ਕਿਸਮ ਦਾ ਦਰਖਤ ਰਹਿ ਗਿਆ, ਨੀਵਾਂ ਰਹਿ ਗਿਆ। ਚੰਦਨ ਦੇ ਕੋਲ ਜਿੰਨੇ ਵੀ ਕਿਸਮ ਦੇ ਦਰਖਤ ਉੱਗੇ ਹੋਵਣ, ਜਿੰਨੇ ਵੀ ਕਿਸਮ ਦੇ ਬੂਟੇ ਉੱਗੇ ਹੋਵਣ, ਉਹ ਚੰਦਨ ਹੀ ਬਣ ਜਾਂਦੇ ਆ। ਅਤੇ ਗੁਰੂ ਦੇ ਦਰਬਾਰ ਦੀ ਇਹ ਵਡਿਆਈ ਹੈ ਕਿ ਇੱਥੇ ਕੋਈ ਵੀ ਆ ਜਾਏ, ਕਿਸੇ ਵੀ ਜਾਤ ਬਰਾਦਰੀ ਦਾ ਹੋਵੇ, ਪੁੱਛਿਆ ਨਹੀਂ ਜਾਂਦਾ ਕਿ ਤੇਰੀ ਜਾਤ ਕੀ ਹੈ, ਤੇਰੀ ਬਰਾਦਰੀ ਕੀ ਹੈ, ਤੇਰਾ ਧਰਮ ਕੀ ਆ, ਤੇਰਾ ਇਸ਼ਟ ਕੌਣ ਹੈ, ਤੂੰ ਕਿਹਨੂੰ ਮੰਨਦਾ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਸਭ ਪ੍ਰਵਾਨ ਹੋ ਜਾਂਦੇ ਨੇ, ਜਿਹੜਾ ਵੀ ਆ ਜਾਂਦਾ। ਇਹ ਹੈ ਉਹਦਾ ਉੱਚਾ ਦਰਬਾਰ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸਦਾ ਸਦਾ ਤਾਂ ਕਹੋ ਜੋਹਾਰ, ਬਾਰ ਬਾਰ ਤੈਨੂੰ ਨਮਸਕਾਰ ਹੈ, ਬਾਰ ਬਾਰ ਮੈਂ ਤੇਰੇ ਅੱਗੇ ਝੁਕਦਾ ਹੈ, ਤੇਰੇ ਇਸ ਦਰਬਾਰ ਦੇ ਅੱਗੇ ਝੁਕਦਾ ਹੈ, ਤੇਰੀ ਮਹਿਮਾ, ਤੇਰੀ ਵਡਿਆਈ ਦੇ ਅੱਗੇ ਝੁਕਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉੱਚੇ ਤੇ ਉੱਚਾ ਜਾਕਾ ਥਾਨ। ਦੁਨੀਆ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਇਮਾਰਤਾਂ ਲੋਕਾਂ ਨੇ ਬਣਾਈਆਂ, ਅਜੂਬੇ ਬਣਾ ਦਿੱਤੇ ਨੇ ਕਿ ਇਹ ਸਭ ਤੋਂ ਵੱਡੀ ਇਮਾਰਤ ਹੋ ਗਈ ਆ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇੱਕ ਥਾਂ ਐਸੀ ਆ ਜਿਹੜੀ ਹਮੇਸ਼ਾ ਹੀ ਉੱਚੀ ਰਹਿੰਦੀ ਆ, ਉਹ ਹੈ ਰੱਬ ਦਾ ਘਰ। ਉੱਚੇ ਤੇ ਉੱਚਾ ਜਾਕਾ ਥਾਂ। ਹੁਣ ਸਤਿਗੁਰੂ ਮਹਾਰਾਜ ਨੂੰ ਪੁੱਛੀਏ, ਸਤਿਗੁਰੂ ਮਹਾਰਾਜ ਜੇ ਉਹ ਇੰਨਾ ਉੱਚਾ ਥਾਂ ਹੈ ਤਾਂ ਕੀ ਸਾਡੀ ਪਹੁੰਚ ਹੋ ਸਕਦੀ ਆ, ਅਸੀਂ ਪਹੁੰਚ ਸਕਦੇ ਹਾਂ? ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਹਾਂ, ਉੱਚੇ ਉੱਪਰ ਉੱਚਾ ਨਾਉ। ਉੱਚੇ ਥਾਂ ਹੈ ਨਾ ਜਿਹੜਾ ਰੱਬ ਦਾ ਘਰ ਉੱਚਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਉੱਚੇ ਦੇ ਉੱਤੇ ਜਿਹੜਾ ਹੈ ਉਹ ਉਹਦਾ ਆਪਣਾ ਨਾਮ ਹੈ।
जे उच्चे दी थान ते पहुँचना है, उस थान ते पहुँचना जिहड़ा सब तो उच्चा है, जिन्हों कहते हैं ऊचे ते ऊचा जाका थान, उनके थान तो भी उच्चा उनका अपना नाम है। सतगुरु महाराज कहते हैं ऊचे उपर उच्चा नाम, कोट अघा मिठे हर नाम। सतगुरु महाराज पातशाह कहते हैं कि ਜਦੋਂ ਅਸੀਂ ਜਿਉਂ ਤੋਂ ਸੰਸਾਰ ਦੇ ਵਿੱਚ ਆਏ ਹਾਂ, ਅਸੀਂ ਅੱਜ ਦੇ ਨਹੀਂ ਇਸ ਸੰਸਾਰ ਦੇ ਵਿੱਚ, ਹੋ ਸਕਦਾ ਹੈ ਕਿ ਆਹ ਜਨਮ ਸਾਨੂੰ ਲੱਗਦਾ ਹੋਵੇ ਕਿ ਅਸੀਂ 40 ਸਾਲ ਦਾ ਹੋ ਗਿਆ, ਮੈਂ 50 ਦਾ ਹੋ ਗਿਆ, ਮੈਂ 60 ਦਾ ਹੋ ਗਿਆ, ਇਸ ਤਰ੍ਹਾਂ ਮਹਿਸੂਸ ਹੁੰਦਾ ਹੋਵੇ ਕਿ ਸ਼ਾਇਦ ਸਾਡੀ ਯਾਤਰਾ ਇੰਨੀ ਕੀ ਹੋਵੇ ਕਿ ਅਸੀਂ ਆ 150 ਸਾਲ ਹੀ ਪਹਿਲੋਂ ਆਏ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਬੜੀ ਲੰਮੀ ਤੂੰ ਯਾਤਰਾ ਕਰਕੇ ਆਇਆ ਹੋ, ਆਇਆ ਦੂਰੋਂ ਚੱਲ ਕੇ, ਬੜਾ ਦੂਰੋਂ। और महाराज कहते ने उदों का तू संसार ते आ जदों की सृष्टि की रचना है, जदों की धरती बनी है ना। भाई नंद लाल साहब जी कहते ने हवा ना बूदो मन बूदम, ई कस ना बूदो मन बूदम। कहते हवा हवा कहते ने माया, कहते ये हवा ये माया भी उदों नहीं सी, माया का पसारा नहीं सी उदों। ई कस ना बूदो मन बूदम, कुछ भी नहीं सी, अजे रचना ही हुई सी, अजे जीव जंत पैदा ही किए सन। कहते ने मैं उदों का मौजूद हाँ तो मैं उदों का ही तेरे तो विछड़िया। देखो ये विछड़े की निशानी है कि अजे तक असी जमते पे हाँ, ये विछड़िया की निशानी आ कि अजे तक असी जमते पे हाँ, फिर जमते हाँ, फिर मरे, फिर जमे, फिर मरे। भाई गुरदास साहब जी कहते हैं जम जम मरे मरे फिर जमे, बहुत सजाए पया देश लम्मे। सतगुरु महाराज कहते हैं कि ये परमात्मा का घर ऐसा है कि चिरां तो विछड़िया करोड़ां जन्मां दे विछड़िया एक छिन दे विचों मिला दिंदा, एक छिन दे विच। कोट अगा मिठे हर नाम, ते जेड़े असी विछड़ते तां ही है ना क्योंकि असी हुक्म नहीं मनते, असी फिर अपनी मन दे नाल अपनी मत के अनुसार तुरना शुरू करते हैं। तो जदों असी अपनी मत के अनुसार तुरते हैं तो साडी मत साडे कोलों गुनाह कराउंदी, पाप कराउंदी है, तो पापां दी मैल जिहड़ी वो साडे मन के उपर सूक्ष्म रूप दे विच लगदी रहिंदी है। कई बारी कपड़ा धो के पा के आओ ना जी, तो जदों पाया है जिस दिन उस दिन वो मैला नहीं लगता, भावें थोड़ा बहुत घट्टा मिट्टी उड्डिया लग्या जरूर होगा, पर उन्हें सूक्ष्म मैल आख देंदे ने, सूक्ष्म थोड़ी है। पर जो वो कपड़ा लगातार रोज़ ही इक्को नहीं पाया जाए तो उनके उपर फिर मैल दिसन लग पैंदी है। सतगुरु महाराज कहते हैं हर कर्म की सूक्ष्म मैल है तो तेन दिसदी नहीं पई। सतगुरु महाराज कहते हैं यही कारण है कि तू अजे तक जमदा मरदा पिया है। जेकर मुक्त होना है तो सतगुरु महाराज कहते हैं कि करोड़ां पाप मिट जाते हैं हर नाम रब का नाम जपन दे नाल, वाहिगुरू कहन दे नाल। तिस सरनाई सदा सुख होए, कहते फिर कल्ले पाप ही नहीं मिटते। सतगुरु महाराज कहते हैं कि जेड़ा तेरी शरण दे विच आ जाता है, सतगुरु महाराज कहते हैं उन्होंने फिर सदा सुख, थोड़ चिरा सुख हुंदा ना। कई चीज़ां असी लै लैने आ, हुण देखो एसी अजकल चलते पे ने, गर्मी तो लोग बचन वास्ते एसी ला लेंदे ने। एसी का सिख बहुत चिरा तो नहीं ना, थोड़ चिरा सुख हुंदा है। जदों गर्मियां लंघ गई उदों एसी लाओ, फिर उही एसी जिहड़ा अज गर्मी दे विच सुख दिंदा है, कल नूं सियाल आ गया, सर्दी का मौसम आ गया तो उस ही एसी ने दुख देना शुरू कर देना। गर्मियां सर्दियां आउणगियां तो सर्दियां च बलोर हीटर ला के बैठांगे कि ठंड ना लगे, तो उही हीटर गर्मियां दे विच थोड़ी लाया जा सकता है। कुछ सुख ऐसे होंदे ने कि जिहड़े थोड़ चिरे होंदे ने, थोड़े समय वास्ते होंदे ने। पर सतगुरु महाराज कहते हैं कुछ सुख ऐसे ने जिहड़े सदीव वास्ते हो जाते हैं, सदा वास्ते। जिन्नी देर तक जीवन आ उदों तक भी होणगे, तो जिदन जीवन नाम ही होया असी सोचते हैं कि सुख उन्नी देर तक भोगने आ जिन्नी देर तक शरीर आ। तो जिदन शरीर मिटदा है ना जी, सब तो वड्डा दुख उस दिन पैदा हो जाता है। उस दिन महाराज पातशाह कहते हैं कि इन्ने वड्डे दुख दे विचों लंघदा है कि गल संगल, गल गले दे विच संगल होवे,
ਸਿਰ ਮਾਰੇ ਉਬੋ ਤੇ ਸਿਰ ਦੇ ਵਿੱਚ ਜਮਾਂ ਦੀਆਂ ਸੱਟਾਂ ਵੱਜਦੀਆਂ ਹੋਵਣ, ਨਾ ਦਿਸੇ ਘਰ ਬਾਰੋ, ਫਿਰ ਘਰ ਬਾਰ ਵੀ ਨਹੀਂ ਦਿਸਦਾ। ਇਹ ਨਹੀਂ ਦਿਸਦਾ ਫਿਰ ਜਿੰਦੇ ਪਰਿਵਾਰ ਦੇ ਵਾਸਤੇ ਮੈਂ ਕਰਦਾ, ਮੇਰਾ ਪਰਿਵਾਰ, ਫਿਰ ਉਹ ਪਰਿਵਾਰ ਕਿੱਥੇ ਦਿਸਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੇ ਥੋੜ ਚਿਰਾ ਨਹੀਂ ਸਦੀਵੀ ਸੁੱਖ ਚਾਹੀਦਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਤਿਸ ਸਰਨਾਈ। ਹੁਣ ਮਹਾਰਾਜ ਨੇ ਦੇਖੋ ਕਿੰਨਾ ਸੌਖਾ ਜਿਹਾ ਤਰੀਕਾ ਦੱਸ ਦਿੱਤਾ ਨਾ। ਮਹਾਰਾਜ ਕਹਿੰਦੇ ਨੇ ਕੋਈ ਔਖਾ ਕੰਮ ਕਰਨ ਦੀ ਲੋੜ ਨਹੀਂ, ਬਸ ਇੱਕੋ ਹੀ ਕੰਮ ਕਰਨਾ, ਤਿਸ ਸ਼ਰਨਾਈ। ਮਹਾਰਾਜ ਮੈਂ ਤੇਰੀ ਸ਼ਰਨ ਦੇ ਵਿੱਚ ਹਾਂ, ਮੈਂ ਤੇਰੇ ਆਸਰੇ ਦੇ ਵਿੱਚ ਹਾਂ। ਹੁਣ ਇਹ ਨਹੀਂ ਕਿ ਮੈਂ ਕਿਸੇ ਹੋਰ ਆਸਰੇ 'ਤੇ ਜਾਣਾ, ਕਿਸੇ ਮੜੀ 'ਤੇ ਜਾਣਾ, ਕਿਸੇ ਪੀਰ ਪਕੰਬਰ ਦੇ ਜਾਣਾ, ਕਿਸੇ ਧਾਗੇ ਤਵੀਤਾਂ ਵਾਲੇ ਕੋਲ ਜਾਣਾ, ਕਿਸੇ ਮੁੰਦਰੀਆਂ ਪਾਉਣ ਵਾਲੇ ਕੋਲ ਚਲੇ ਜਾਣਾ, ਕਰਮ ਕਾਂਡਾਂ ਵਾਲੇ ਪਾਸੇ ਨਹੀਂ। ਮਹਾਰਾਜ ਤੇਰੀ ਮੈਂ ਸ਼ਰਨ ਦੇ ਵਿੱਚ ਹਾਂ। ਮਹਾਰਾਜ ਕਹਿੰਦੇ ਜਿਹੜਾ ਸ਼ਰਨ ਵਿੱਚ ਆ ਉਹਨੂੰ ਸਦਾ ਸੁੱਖ ਹੈ। ਕਰ ਕਿਰਪਾ ਜਾਂ ਕੋ ਮਿਲੈ ਸੋਏ। ਕਰ ਕਿਰਪਾ ਤੋਂ ਭਾਵ ਹੈ ਕਿ ਜਿੰਦੇ ਤੇ ਤੂੰ ਗੁਰ ਪ੍ਰਸਾਦ ਕਰਦਾ ਹੈ, ਜਿੰਦੇ ਤੇ ਤੂੰ ਆਪ ਮਿਹਰ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਜਾਕੋ ਜਿੰਦੇ ਉੱਪਰ ਮਿਲੈ ਸੋਏ, ਉਹ ਤੈਨੂੰ ਆ ਕੇ ਮਿਲਦਾ, ਜਿੰਦੇ ਤੇ ਤੇਰੀ ਬਖਸ਼ਿਸ਼ ਹੋ ਜਾਂਦੀ ਹੈ। ਰਹਾਉ ਜਾ ਕੇ ਕਰਤੱਵ ਲਖੇ ਨਾ ਜਾਹੇ। ਲਖੇ ਤੋਂ ਅਰਥ ਹੁੰਦੇ ਨੇ ਕਿ ਵੇਖਣਾ, ਜਿੰਦੇ ਬਾਰੇ ਜਾਣਕਾਰੀ ਹੋਵੇ, ਜਿੰਦੇ ਬਾਰੇ ਪੜਚੋਲ ਕਰ ਸਕਦਾ ਹੋਵੇ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਾ ਕੇ ਕਰਤੱਵ, ਜਿੰਦੇ ਕਰਤੱਵ, ਜਿੰਦੀ ਮਹਿਮਾ, ਜਿੰਦੀ ਰਚਨਾ, ਕਿ ਉਹ ਕਿਵੇਂ ਬਣਾਇਆ, ਕਿਵੇਂ ਸਾਜਿਆ, ਕਿਵੇਂ ਚਲਾਉਂਦਾ ਪਿਆ, ਲਖੇ ਨਾ ਜਾਹੇ। ਅਸੀਂ ਨਹੀਂ ਜਾਣ ਸਕਦੇ ਉਹਦੇ ਬਾਰੇ, ਸਾਨੂੰ ਨਹੀਂ ਜਾਣਕਾਰੀ ਹੋ ਸਕਦੀ। ਜਾਕਾ ਪ੍ਰਵਾਸਾ ਸਭ ਘਟ ਮਾਹੇ। ਉਹਦੇ ਕਰਤੱਵ ਲਖੇ ਨਹੀਂ ਜਾ ਸਕਦੇ, ਪਰ ਉਹਦਾ ਪ੍ਰਵਾਸਾ ਜਿਹੜਾ, ਉਹਦਾ ਆਸਰਾ ਜਿਹੜਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਸਭ ਘਟ ਮਾਹੇ। ਘਟ ਦੇ ਅਰਥ ਹੁੰਦੇ ਨੇ ਹਿਰਦਾ, ਜਿੰਦਾ ਆਸਰਾ, ਜਿੰਦਾ ਪਰਨਾ, ਜਿੰਦਾ ਸੁਹਾਰਾ ਹਰ ਹਿਰਦੇ ਦੇ ਵਿੱਚ ਮੌਜੂਦ ਹੈ। ਪ੍ਰਗਟ ਭਇਆ ਸਾਧੂ ਕੈ ਸੰਗ। ਹੁਣ ਮਹਾਰਾਜ ਕਹਿੰਦੇ ਨੇ ਕਿ ਜਾਕਾ ਪ੍ਰਵਾਸਾ ਸਭ ਘਟ ਮਾਹੇ ਹੈ, ਸਾਰਿਆਂ ਦੇ ਘਟਾਂ ਦੇ ਅੰਦਰ, ਘਟ ਤੋਂ ਭਾਵ ਕਿ ਸਾਰਿਆਂ ਦੇ ਹਿਰਦਿਆਂ ਦੇ ਅੰਦਰ। ਤੇ ਮਹਾਰਾਜ ਪ੍ਰਗਟ ਕਿਉਂ ਨਹੀਂ, ਦਿਸਦਾ ਕਿਉਂ ਨਹੀਂ? ਸਤਿਗੁਰੂ ਮਹਾਰਾਜ ਕਹਿੰਦੇ ਨੇ ਦਿਸਦਾ ਪਰ ਸਾਰਿਆਂ ਨੂੰ ਨਹੀਂ। ਪ੍ਰਗਟ ਭਇਆ ਸਾਧੂ ਕੇ ਸੰਗ। ਜਦੋਂ ਤੂੰ ਨਾਮ ਜਪੇਗਾ ਨਾ, ਜਦੋਂ ਤੂੰ ਸੰਗਤ ਕਰੇਗਾ ਨਾਮ ਜਪਣ ਵਾਲਿਆਂ ਦੀ, ਸਾਧੂਆਂ ਦੀ, ਗੁਰਮੁਖ ਪਿਆਰਿਆਂ ਦੀ, ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਪ੍ਰਗਟ ਭਇਆ, ਫਿਰ ਇਹ ਅੰਦਰ ਜਿਹੜਾ ਪ੍ਰਵਾਸਾ ਹੈ ਪ੍ਰਗਟ ਹੋ ਜਾਂਦਾ ਹੈ, ਦਿਸਣ ਲੱਗ ਪੈਂਦਾ ਹੈ। ਭਗਤ ਆਰਾਧਹਿ ਅਨ ਦਿਨ ਰੰਗ। ਰੰਗ ਜ਼ਿਆਦਾਤਰ ਬਾਣੀ ਦੇ ਵਿੱਚ ਜਦੋਂ ਰੰਗ ਸ਼ਬਦ ਆਉਂਦਾ ਉਹਦੇ ਅਰਥ ਹੁੰਦੇ ਨੇ ਪਿਆਰ, ਪ੍ਰੇਮ ਸ਼ਬਦ। ਭਗਤ ਜਦੋਂ ਭਗਤੀ ਕਰਦੇ ਨੇ, ਭਗਤ ਜਦੋਂ ਨਾਮ ਜਪਦੇ ਆ, ਉਹ ਬੱਧਾ ਚੱਟੀ ਨਹੀਂ ਜਪਦੇ ਕਿ ਨਹੀਂ ਜੀ ਨਿਤਨੇਮ ਕਰਨਾ ਹੀ ਪੈਣਾ, ਸੁਖਮਨੀ ਸਾਹਿਬ ਕਹਿ ਦਿੱਤਾ, ਸੁੱਖ ਲਿਆਏ, ਪੜ੍ਹਨਾ ਹੀ ਪੈਣਾ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਉਹਨਾਂ ਦਾ ਜੀਵਨ। ਜਦੋਂ ਬਾਣੀ ਪੜ੍ਹਦੇ ਆ ਨਾ, ਉਹ ਦਿਨ ਰਾਤ ਹੀ ਆਪਣਾ ਨਾਮ ਜਦੋਂ ਜਪਦੇ ਨੇ, ਤੇ ਕਹਿੰਦੇ ਨੇ ਰੰਗ ਸਹਿਤ, ਪਿਆਰ ਦੇ ਸਹਿਤ ਜਪਦੇ ਆ। ਉਹਨਾਂ ਨੂੰ ਚੰਗਾ ਲੱਗਦਾ ਹੈ। ਪੁੱਤਰ ਧੀਆਂ ਦਾ ਨਾਂ ਲੈਣਾ ਸਾਨੂੰ ਚੰਗਾ ਲੱਗਦਾ ਹੈ ਨਾ, ਬਾਰ-ਬਾਰ ਅਸੀਂ ਲੈਂਦੇ ਹਾਂ, ਆਵਾਜ਼ ਮਾਰਦੇ ਹਾਂ, ਤੇ ਅਸੀਂ ਵੀ ਕਹਿੰਦੇ ਹਾਂ ਕਿ ਮੇਰਾ ਪੁੱਤ, ਮੇਰੀ ਧੀ ਮੈਨੂੰ ਆਵਾਜ਼ ਦੇਵੇ, ਮੈਨੂੰ ਮੰਮੀ ਪਾਪਾ ਕਹਿ ਕੇ ਬੁਲਾਵੇ। ਅਸੀਂ ਵੀ ਬਾਰ-ਬਾਰ ਆਵਾਜ਼ ਮਾਰਦੇ, ਪੁੱਤ ਇੱਧਰ ਆ, ਪੁੱਤ ਇੱਧਰ ਆ, ਪੁੱਤ ਆ ਕਰੀ। ਇਸ ਤਰ੍ਹਾਂ ਦਾ ਪਿਆਰ ਹੋਣਾ ਚਾਹੀਦਾ ਰੱਬ ਦੇ ਨਾਮ ਦੇ ਵਿੱਚ। ਅਸੀਂ ਰੱਬ ਨੂੰ ਨਾ ਹੋਰ ਹੀ ਕੁਝ ਬਣਾ ਕੇ ਬੈਠ ਗਏ ਕਿ ਪਤਾ ਨਹੀਂ ਜੀ, ਅਸੀਂ ਬਸ ਇੱਕੋ ਹੀ ਰਿਸ਼ਤਾ ਬਣਾ ਲਿਆ। ਰੱਬ, ਸਤਿਗੁਰੂ ਮਹਾਰਾਜ ਜੀ ਦਾ ਪਿਛਲਾ ਸ਼ਬਦ ਸੀ ਕੱਲ੍ਹ ਜਿਹੜਾ ਵਾਚਿਆ ਗਿਆ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਕਿੰਨੇ ਰਿਸ਼ਤੇ ਮਹਾਰਾਜ ਨੇ ਦੱਸੇ ਆ। ਤੂੰ ਮੇਰਾ ਪਿਤਾ ਵਾਂ, ਤੂੰ ਮੇਰੀ ਮਾਂ ਹੈ, ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਮਿੱਤਰ ਹੈ, ਤੂੰ ਸੁਖਦਾਈ ਹੈ, ਤੂੰ ਸੁੱਖ ਦੇਣ ਵਾਲਾ ਹੈ। ਹਰ ਰਿਸ਼ਤਾ ਦੁਨਿਆਵੀ ਜਿਹੜਾ ਹੈ, ਸਤਿਗੁਰੂ ਮਹਾਰਾਜ ਹਰ ਰਿਸ਼ਤੇ ਨੂੰ ਰੱਬ ਦੇ ਨਾਲ ਜੋੜਦੇ ਆ। ਕਹਿੰਦੇ ਨਹੀਂ ਮਹਾਰਾਜ, ਦੁਨਿਆਵੀ ਨਾਲ ਨਹੀਂ, ਤੇਰੇ ਨਾਲ ਹੀ ਹੈ ਮੇਰਾ ਰਿਸ਼ਤਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਭਗਤ ਜਪਦੇ ਜ਼ਰੂਰ ਆ, ਦੁਨਿਆਵੀ ਲੋੜਾਂ ਦੀ ਖਾਤਰ ਜਪਦਾ ਹੈ। ਦੁਨਿਆਵੀ ਬੰਦੇ ਦੇ ਹੱਥ ਵਿੱਚ ਗੁਟਕਾ ਹੋਵੇਗਾ, ਮਾਲਾ ਹੋਵੇਗੀ, ਉਹ ਜਪਦਾ ਜ਼ਰੂਰ ਹੋਵੇਗਾ, ਪਰ ਉਹਦੇ ਜਪਣ ਦੇ ਪਿੱਛੇ ਉਹਦੀ ਅੱਖਾਂ ਦੇ ਸਾਹਮਣੇ ਜਿਹੜੇ ਦ੍ਰਿਸ਼ ਆਉਂਦੇ ਆ ਨਾ ਜੀ, ਜੋ ਫਿਲਮ ਚੱਲੀ ਜਾਂਦੀ ਸਾਹਮਣੇ, ਉਹ ਲੋੜਾਂ ਦੀ ਚੱਲਣ ਲੱਗ ਪੈਂਦੀ ਆ। ਆਹ ਮੇਰਾ ਕੰਮ ਹੋ ਜੇ, ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਵੀ ਲੋੜਾਂ ਦਿਸਣ ਲੱਗ ਪੈਣ। ਫਿਰ ਗੁਰੂ ਅਰਜਨ ਦੇਵ ਮਹਾਰਾਜ ਕਦੋਂ ਦਿਸਣਗੇ ਜੀ, ਜੇ ਲੋੜਾਂ ਹੀ ਦਿਸਦੀਆਂ ਤਾਂ।
ਜੇ ਮਾਲਾ ਜਪਦਿਆਂ ਹੋਇਆਂ ਵੀ ਪਰਿਵਾਰ ਦਿਸੀ ਜਾਂਦਾ ਹੈ, ਲੋੜਾਂ ਦਿਸੀ ਜਾਂਦੀਆਂ ਨੇ, ਕਾਰੋਬਾਰ ਦਿਸੀ ਜਾਂਦਾ ਹੈ, ਫਿਰ ਗੁਰੂ ਕਦੋਂ ਦਿਸੇਗਾ, ਅਕਾਲ ਪੁਰਖ ਕਦੋਂ ਦਿਸੇਗਾ? ਫਿਰ ਅਸੀਂ ਤਾਂ ਲੋੜਾਂ ਕਰਕੇ ਜਪਦੇ ਪਏ। ਮਹਾਰਾਜ ਕਹਿੰਦੇ ਨਹੀਂ, ਲੋੜਾਂ ਕਰਕੇ ਨਹੀਂ, ਜੇ ਜਪਣਾ ਤੇ ਪ੍ਰੇਮ ਕਰਕੇ ਜਪ, ਲੋੜਾਂ ਤੇ ਆਪਣੇ ਆਪ ਹੀ ਪੂਰੀਆਂ ਹੋ ਜਾਂਦੀਆਂ। ਨਾਮ ਦੇ ਪਿੱਛੇ ਤਾਂ ਆਮ ਹੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਤਾਂ ਪਿੱਛੇ ਦੌੜੀਆਂ ਫਿਰਦੀਆਂ ਨੇ, ਮਾਇਆ ਤਾਂ ਦਾਸੀ ਬਣ ਕੇ ਭਗਤਾਂ ਦੇ ਪਿੱਛੇ ਦੌੜਦੀ ਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਕਰਕੇ ਭਗਤ ਪ੍ਰੇਮ ਸਹਿਤ ਜਪਦੇ ਨੇ, ਦਿੰਦੇ ਤੋਟ ਨਹੀਂ ਭੰਡਾਰ। ਉਸ ਦੇ ਹੁਣ ਮਹਾਰਾਜ ਨੇ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਹੇ ਵਾਹਿਗੁਰੂ ਜੀ, ਤੁਹਾਡਾ ਦਰਬਾਰ ਬੜਾ ਵੱਡਾ ਹੈ, ਅਤੇ ਉਸ ਦਰਬਾਰ ਦੀ ਮਹਾਰਾਜ ਗੱਲ ਕਹਿੰਦੇ ਨੇ, ਉਸ ਦਰਬਾਰ ਦੇ ਵਿੱਚ ਸਦਾ ਸੌਖੇ ਦੁੱਖ ਕਦੇ ਨਹੀਂ। ਭਗਤ ਰਵਿਦਾਸ ਕਹਿੰਦੇ ਨੇ कि बेगमपुरा शहर को नाव, दुख दो नहीं तहठाओ, ना तस्वीस खराज न माल, खौफ न खता न तरस जवाल। ना उत्थे दुख आ, ना कलेश आ, ना चिंता, ना झोरे, ना फिक्र, ना परेशानियां, कुछ भी नहीं। जे कुछ है उत्थे कहते ने नानक दे घर दे विच, अकाल पुरख दे घर दे विच केवल सुख है, केवल आनंद है, केवल नाम है। सतगुरु महाराज कहते इस करके उनकी शरण विच गया सुख आ, मैल उतर जाती आ। महाराज कहते हैं कि उन्होंने प्रेम सहित जिहड़े जपते हैं उन्होंने फिर उनके घर का खजाना मिल जाता है। सतगुरु महाराज कहते हैं दिंदे तोट नहीं भंडार, दिंदे तोट नहीं, इत्थे विश्राम भी लगना। जे कहांगे ना दिंदे तोट नहीं भंडार, भंडारा नहीं हैगा पर वो दिंदा पिया, कित्थों दे दिंदा जे भंडारा नहीं। इहदे विश्राम लगता है जी, दिंदे तोट नहीं, वो दिंदियां होया तोटा कदी नहीं आउंदा। भंडार के अर्थ ने कि उनके भंडारे हमेशा ही भरे रहते हैं। दद्दा दाता एक है सबको देवनहार, दिंदे तोट ना भी आगनत भरे भंडार। सतगुरु महाराज कहते हैं खिन मह थाप उथापनहारा। वो परमात्मा इन्नी क वड्डी शक्ति ताकत का मालक है कि खिन कहते हैं छिन मात्र का समा, अख चमकन का समा। खिन मह थाप उथापनहारा, अंत नहीं किश पारा वारा। कहते हैं कि उनका अंत नहीं पाया जा सकता, उनके इन्नी को समर्था का मालक आ कि एक खिन लाउंदा है, खिन दे विचों धरतियां साध सकता है तो खिन दे विच नाश कर सकता है। साढ़े करोड़ां जन्मां की मैल आ ना जी मन के उपर, करोड़ जन्म लगे, करोड़ां जन्म जदों तो धरती सृष्टि बनी असी उदों तो ही दौड़े फिरदे, कभी किसी जून च कभी किसी जन्म के विच। जूना बहुत असी हंडा के आए, बड़े घर असी वसा के आए हैं, बड़ी वारी सानू परिवार मिलिया, घर बार मिलिया। सतगुरु महाराज पातशाह कहते हैं कि वह करोड़ां जन्मां की मैल एक छिन दे विच खत्म कर दिंदा है। एक छिन लाउंदा है, खिन मह, एक छिन दे विच थाप उथापनहारा। थापना हुंदा है साधना, ते उथापनहारा कहते हैं कि वह आप ऐसी बख्शिश का मालक है कि वह साज भी दिंदा है ते वह ढा भी दिंदा है। वो एक छिन लाउंदा है। जाका हुक्म ना मेटा कोए। दुनिया के बड़े वड्डे वड्डे बंदे ने, वो कहते हैं जी मेरे ते हुक्म नहीं चलता, मैं मानता ही नहीं किसी का हुक्म। फिर देवी देवतियां की गल की जाती है, वो भी बड़े जी ताकतवर ने। फिर उस तो वड्डे जिहड़े देवते ने, ब्रह्मा ने, विष्णु आ, शिव जी आ, आखे जी उन्हों का हुक्म चलता सारे देवतियां के उपर। सतगुरु महाराज कहते हैं जाका हुक्म ना मेटे कोए। कहते हैं उन्हों का हुक्म तो भावें मिट जाता होवे, पर कहते हैं अकाल पुरख का जो हुक्म चलता है उन्होंने कोई नहीं मोड़ सकता। असी कई बार कहने ना जी मैं नहीं मानता, तो वो आपे ही मना लैंदा है ना। कई बार असी कहने कि आ की हो गया जी, मेरे नाल क्यों हो गया। महाराज कहते हैं उनका हुक्म जो चलता है ना, हुक्म की महाराज ने जपजी साहिब के बहुत ज़्यादा व्याख्या की। हुक्मी होवो नकार, हुक्म न कहे आ जाए, हुक्मी होवो जी, हुक्म मिले वड्याई। महाराज कहते हैं उनका हुक्म तो आख्या ही नहीं जा सकता, नहीं कहा जा सकता उनके हुक्म बारे। तो जे वो हुक्म जो करता है ना जी, उन्होंने कोई मोड़ नहीं सकता, उन्होंने कोई मेट नहीं सकता। किसी के अंदर ताकत नहीं कि जिहड़ा उनके हुक्म तो हुक्म अजूली कर सकता है। महाराज कहते हैं हुक्मे अंदर सब को, बाहर हुक्म ना कोई। हुक्म दे विच है सब। सिर शाह साचा सोए, सिर पातशाह साचा सोए। पातशाह जिहड़े बड़े बड़े जिहड़े राजे बने ने, जिहड़े अपने आप नूं पातशाह आखदे सी, अपने आप नूं वड्डा आखदे सी। महाराज कहंदे ने सिर पातशाह
ਸਾਚਾ ਸੋਏ ਉਹ ਪਾਤਸ਼ਾਹਾਂ ਦੇ ਸਿਰ ਦੇ ਉੱਪਰ ਵੀ ਸ਼ਾਹ ਬਣ ਕੇ ਬੈਠਾ ਹੋਇਆ। ਸੋਏ ਸ਼੍ਰੇਸ਼ਟ ਵਡਿਆਈ ਵਾਲਾ ਹੈ, ਜਿਸ ਕੀ ਓਟ ਤਿਸੈ ਕੀ ਆਸਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਹੇ ਅਕਾਲ ਪੁਰਖ ਮਹਾਰਾਜ, ਤੁਹਾਡੇ ਓਟ, ਤੁਹਾਡੇ ਆਸਰੇ ਦੇ ਵਿੱਚ ਸਾਡਾ ਜੀਵਨ ਹੈ। ਦੁੱਖ ਸੁੱਖ ਹਮਰਾ ਤਿਸ ਹੀ ਪਾਸਾ। ਕਹੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਜੇ ਸਾਡੇ ਜੀਵਨ ਦੇ ਵਿੱਚ ਦੁੱਖ ਆ ਜਾਏ ਤਾਂ ਮੈਂ ਕਿਸੇ ਹੋਰ ਨੂੰ ਨਹੀਂ ਜਾ ਕੇ ਆਖਦਾ, ਮੈਂ ਤੇਰੇ ਕੋਲ ਹੀ ਆਉਣਾ ਹੈ ਦੌੜ ਕੇ। ਜੇ ਸੁੱਖ ਮਿਲਦਾ ਹੈ ਨਾ, ਜਿਵੇਂ ਬੱਚੇ ਨੂੰ ਸੁੱਖ ਮਿਲਦਾ ਹੈ ਨਾ, ਤੇ ਬੱਚਾ ਭੱਜ ਕੇ ਮਾਂ ਦੇ ਕੋਲ ਜਾਂਦਾ ਨਾ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬੜੇ ਸ਼ਬਦ ਵਰਤੇ ਨੇ, ਮਾਂ ਦੇ ਵਾਸਤੇ ਸ਼ਬਦ ਵਰਤੇ ਕਿ ਮਾਂ ਮੈਨੂੰ ਸੁੱਖ ਮਿਲਿਆ ਹੈ, ਮਾਂ ਮੈਨੂੰ ਆਨੰਦ ਮਿਲਿਆ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਦੁੱਖ ਤੇ ਸੁੱਖ ਦਾ ਦਾਤਾ ਜਿਹੜਾ ਹੈ ਉਹ ਤੂੰ ਹੈ, ਤੂੰ ਆਪ ਹੀ ਹੈ। ਕੀਤਿਆਂ ਦੁੱਖ ਭੂਖ ਸਦ ਮਾਰੇ ਵੀ ਦਾਤ ਤੇਰੀ ਦਾਤਾਰ, ਦੁੱਖ ਭੁੱਖ ਸਭ ਤੇਰੀਆਂ ਹੀ ਦਾਤਾਂ ਨੇ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਸ ਕਰਕੇ ਸਾਡੇ ਦੁੱਖ ਸੁੱਖ ਦਾ ਦਾਤਾ, ਦੁੱਖ ਸੁੱਖ ਹਮਰਾ ਤਿਸ ਹੀ ਪਾਸਾ। ਤੇਰੇ ਕੋਲ ਹੀ ਆ ਨਾ ਸਾਰਾ ਕੁਛ, ਤੇਰੀ ਮਰਜ਼ੀ ਆ, ਤੂੰ ਭਾਵੇਂ ਸਾਨੂੰ ਦੁੱਖ ਦੇ ਦੇ, ਭਾਵੇਂ ਸੁੱਖ ਦੇ ਦੇ। ਰਾਖ ਲੀਨੋ ਸਭ ਜਨ ਕਾ ਪਰਦਾ। ਤੇ ਜਿਹੜਾ ਤੇਰਾ ਸੇਵਕ ਬਣ ਜਾਂਦਾ ਹੈ, ਤੁਸੀਂ ਉਹਦਾ ਪਰਦਾ ਢੱਕ ਲੈਂਦੇ ਹੋ, ਉਹਦੇ ਫਿਰ ਪਰਦੇ ਫਰੋਲਦੇ ਨਹੀਂ, ਉਹਦੇ ਗੁਨਾਹਾਂ ਨੂੰ ਤੁਸੀਂ ਫੋਲਦੇ ਨਹੀਂ ਕਿ ਤੂੰ ਆਹ ਵੀ ਕੀਤਾ ਸੀ, ਤੂੰ ਉਹ ਵੀ ਕੀਤਾ ਸੀ। ਮਹਾਰਾਜ ਕਹਿੰਦੇ ਨੇ ਤੁਸੀਂ ਪਰਦਾ ਪਾ ਦਿੰਦੇ ਹੋ ਉਹਦੇ ਗੁਨਾਹਾਂ ਦੇ ਉੱਤੇ, ਉਹਦੀ ਇੱਜ਼ਤ ਰੱਖ ਲੈਂਦੇ ਹੋ, ਪੱਤ ਰੱਖ ਲੈਂਦੇ ਹੋ। ਨਾਨਕ ਤਿਸ ਕੀ ਉਸਤਤ ਕਰਦਾ। ਗੁਰੂ ਅਰਜਨ ਦੇਵ ਮਹਾਰਾਜ ਨੇ ਵੇਖੋ ਕਿੰਨਾ ਸੋਹਣਾ ਤਰੀਕਾ ਸਾਨੂੰ ਦੱਸ ਦਿੱਤਾ। ਕਹਿੰਦੇ ਬਸ ਜੇ ਪਰਦੇ ਢੱਕਣੇ ਆ ਨਾ ਤੇ ਇੱਕੋ ਹੀ ਕੰਮ ਕਰ, ਜਿਵੇਂ ਨਾਨਕ ਪੰਜਵਾਂ ਨਾਨਕ ਉਹਦੀ ਉਸਤਤ ਕਰਦਾ ਹੈ ਨਾ, ਵਡਿਆਈ ਕਰਦਾ ਹੈ, ਅਕਾਲ ਪੁਰਖ ਦੇ ਗੁਣ ਗਾਉਂਦਾ ਹੈ, ਇਸ ਤਰੀਕੇ ਦੇ ਨਾਲ ਤੂੰ ਵੀ ਉਹਦੇ ਗੁਣ ਗਾਇਆ ਕਰ। ਨਾਨਕ ਤਿਸ ਕੀ ਉਸਤਤ ਕਰਦਾ। ਵਡਿਆਈ ਮਹਿਮਾ ਗਾਉਣਾ ਹੈ। ਮਹਿਮਾ ਗਾਉਣ ਤੋਂ ਭਾਵ ਹੈ ਕਿ ਰੱਬ ਦੇ ਗੁਣਾਂ ਨੂੰ ਗਾਈ ਜਾਣਾ, ਰੱਬ ਦੀ ਮਹਿਮਾ ਕਰਨੀ, ਉਹਦੇ ਇਤਿਹਾਸ ਨੂੰ ਪੜ੍ਹਨਾ ਸੁਣਨਾ, ਉਹਦੀ ਬਾਣੀ ਨੂੰ ਪੜ੍ਹਨਾ ਸੁਣਨਾ, ਕਥਾ ਕੀਰਤਨ ਸੁਣਨਾ, ਸੰਗਤ ਕਰਨੀ, ਇਹ ਪਰਮਾਤਮਾ ਦੀ ਵਡਿਆਈ ਹੈ, ਪਰਮਾਤਮਾ ਦੀ ਉਸਤਤ ਹੈ। ਹੁਣ ਦੇਖੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਅਸੀਂ ਕਹੀਏ ਨਾ ਕਿ ਸਾਡੇ ਕਹਿਣ ਨਾਲ ਹੀ ਰੱਬ ਵੱਡਾ ਹੋ ਗਿਆ ਜੀ, ਮਹਾਰਾਜ ਕਹਿੰਦੇ ਜੇ ਤੂੰ ਨਾਮ ਹੀ ਕਹੇਗਾ ਨਾ, ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਹ ਤਾਂ ਵੀ ਵੱਡਾ ਹੀ ਰਹਿਣਾ, ਉਹਨੂੰ ਤਾਂ ਅਸੀਂ ਛੋਟਾ ਨਹੀਂ ਕਰ ਸਕਦੇ। ਤੇ ਜੇ ਤੂੰ ਕਹੀ ਜਾਵੇਂ ਕਿ ਨਹੀਂ ਰੱਬ ਛੋਟਾ ਹੋ ਜਾਵੇ, ਛੋਟਾ ਹੋ ਜਾਵੇ, ਸਾਡੇ ਕਹਿਣ ਦੇ ਨਾਲੋਂ ਛੋਟਾ ਵੀ ਨਹੀਂ ਹੋ ਸਕਦਾ। ਸੋ ਸਤਿਗੁਰੂ ਮਹਾਰਾਜ ਪਾਤਸ਼ਾਹ ਕਿਰਪਾ ਕਰਨ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਉਹਦੀ ਵਡਿਆਈ ਕਹੀ ਤਾਂ ਨਹੀਂ ਜਾ ਸਕਦੀ, ਪੂਰੀ ਤਰ੍ਹਾਂ ਕੋਈ ਵੀ ਨਹੀਂ ਆਖ ਸਕਦਾ, ਪਰ ਜੇਕਰ ਕੋਈ ਛਿਨ ਮਾਤਰ ਵੀ ਉਹਦੀ ਵਡਿਆਈ ਨੂੰ ਗਾ ਲਵੇ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਉਹਦਾ ਜੀਵਨ ਸਫਲ ਹੋ ਜਾਂਦਾ ਹੈ, ਜਨਮ ਮਰਨ ਕੱਟਿਆ ਜਾਂਦਾ ਹੈ, ਕਰੋੜਾਂ ਜਨਮਾਂ ਦੇ ਪਾਪ ਮੁੱਕ ਜਾਂਦੇ ਆ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਵਡਿਆਈ ਕਰਨ ਦੀ ਦਾਤ ਬਖਸ਼ਿਸ਼ ਕਰਨ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋਏ। ਮਨ 'ਚ ਚਾਹ ਪੈਦਾ ਹੋਵੇਗੀ ਸਾਡੇ ਵੀ ਕਿ ਮਹਾਰਾਜ ਦਿਨੇ ਰਾਤ ਹੀ ਤੁਹਾਡੀ ਵਡਿਆਈ ਮਹਿਮਾ ਕਰਦੇ ਰਹੀਏ। ਸਤਿਗੁਰੂ ਮਹਾਰਾਜ ਬਖਸ਼ਿਸ਼ ਰਹਿਮਤ ਕਰਨ ਜੀ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਸਾਹਿਬ ਕਿਰਪਾ ਕਰਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਦੇ ਅਸਥਾਨ 'ਤੇ ਤੁਸੀਂ ਆਉਂਦੇ ਹੋ, ਗੁਰੂ ਸਾਹਿਬ ਕਿਰਪਾ ਕਰਕੇ ਨਾਮ ਦੀ ਦਾਤ ਮਹਿਮਾ ਵਡਿਆਈ ਬਖਸ਼ਿਸ਼ ਕਰਨ। ਸਤਿਗੁਰੂ ਮਹਾਰਾਜ ਕਿਰਪਾ ਕਰਨ ਜੀ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।